ਤਾਂ ਆਪਣੇ ਵਿਸ਼ੇ ਵਿੱਚ ਹੁਣ ਅੱਗੇ ਵਧਦੇ ਹੋਈਏ ਅਸੀਂ ਹੁਣ ਗੱਲ ਕਰਦੇ ਹਾਂ ਕਿ ਦੇਖੋ ਗੱਲ ਨਾ ਬੜੀ ਇੱਕ ਸੋਚਣ ਵਾਲੀ ਗੱਲ ਹੈ, ਇੱਕ ਬੜੀ ਡੂੰਘੀ ਗੱਲ ਹੈ। ਬੜੀ ਡੂੰਘੀ ਗੱਲ ਦਾ ਭੇਤ ਦੱਸਣ ਲੱਗਾ ਤੁਹਾਨੂੰ ਮੈਂ ਕਿ ਪੂਰੀ ਬਾਈਬਲ ਉਤਪत्ति ਤੋਂ ਲੈ ਕੇ ਪ੍ਰਕਾਸ਼ਿਤ ਵਾਕਿਆ ਤੱਕ ਪਰਮੇਸ਼ਵਰ ਦੇ ਚਿੰਨ੍ਹ ਔਰ ਚਮਤਕਾਰਾਂ ਨਾਲ ਭਰੀ ਹੋਈ ਹੈ। ਕਿਉਂਕਿ ਜਦੋਂ ਇਜ਼ਰਾਈਲ ਕੌਮ ਨੂੰ ਛੁਡਾਇਆ ਗਿਆ ਮਿਸਰ ਦੀ ਗੁਲਾਮੀ 'ਚੋਂ, ਪਰਮੇਸ਼ਵਰ ਨੇ ਮਹਾਨ ਵੱਡੇ ਵੱਡੇ ਕੰਮ ਕੀਤੇ, ਚਮਤਕਾਰ। ਅਸੀਂ ਪੜ੍ਹ ਕੇ ਵੀ ਹੈਰਾਨ ਹੁੰਦੇ ਹਾਂ, ਲਾਲ ਸਮੁੰਦਰ ਨੂੰ 2 ਭਾਗ ਕਰਨਾ ਅਤੇ ਕਿਸ ਤਰ੍ਹਾਂ ਜਿਹੜੀ ਵਿਪੱਤੀਆਂ ਉਹਨਾਂ ਦੇ ਆਉਂਦੀਆਂ ਨੇ ਮਿਸਰੀਆਂ ਉੱਤੇ, ਸਾਰੀ ਜਾਣਕਾਰੀ ਆਪਾਂ ਜਦੋਂ ਪੜ੍ਹਦੇ ਹਾਂ ਤਾਂ ਬੜਾ ਵੀ ਵਾਕਈ ਪਰਮੇਸ਼ਵਰ ਦੀ ਬੜੀ ਵੱਡੀ ਸਾਮਰਥ ਹੈ, ਬੜੇ ਵੱਡੇ ਕੰਮ ਪਰਮੇਸ਼ਵਰ ਨੇ ਕੀਤੇ ਹੈ ਆਪਣੀ ਕੌਮ ਦੇ ਲਈ, ਆਪਣੇ ਪਿਆਰਿਆਂ ਦੇ ਲਈ, ਆਪਣੀ ਜੇਠੀ ਕੌਮ ਦੇ ਲਈ। ਅਤੇ ਯਿਸੂ ਮਸੀਹ ਆਏ, ਉਹ ਵੀ ਇੱਕ ਮਹਾਨ ਮਤਲਬ ਕੌਤਕ ਹੋਇਆ, ਇੱਕ ਚਮਤਕਾਰ ਹੋਇਆ ਕਿ ਉਹ ਬਿਨਾਂ ਬਾਪ ਤੋਂ ਪੈਦਾ ਹੋਇਆ ਪਵਿੱਤਰ ਆਤਮਾ ਦੇ ਦੁਆਰਾ, ਅਤੇ ਜਿਹੜਾ ਪੋਸੀਬਲ ਨਹੀਂ ਹੈਗਾ। ਤੋ ਚਿੰਨ੍ਹ ਔਰ ਚਮਤਕਾਰਾਂ ਦੀ ਗੱਲ ਕਰੀਏ ਤਾਂ ਚਿੰਨ੍ਹ ਔਰ ਚਮਤਕਾਰ ਇੱਕ ਬਾਈਬਲ ਦਾ ਇੱਕ ਆਧਾਰ ਵੀ ਹੈ, ਇੱਕ ਪਰਮੇਸ਼ਵਰ ਦੇ ਨਾਲ ਚਮਤਕਾਰ ਚੱਲਦੇ ਆ। ਕਿਉਂਕਿ ਜਿਹੜੇ ਕੰਮ ਮਨੁੱਖ ਕਰ ਸਕਦਾ, ਈਜ਼ੀ ਕਰ ਸਕਦਾ, ਉਹ ਤਾਂ ਕਰ ਸਕਦਾ, ਪਰ ਜਿਹੜਾ ਕੰਮ ਮਨੁੱਖ ਨਹੀਂ ਕਰ ਸਕਦਾ ਉਹ ਪਰਮੇਸ਼ਵਰ ਕਰਦਾ, ਆਪਣੇ ਚਮਤਕਾਰ ਦੇ ਨਾਲ, ਆਪਣੇ ਚਿੰਨ੍ਹ ਵਿਖਾ ਕੇ ਕਰਦਾ। ਤਦ ਹੀ ਅਸੀਂ ਉਹਨੂੰ ਪਰਮੇਸ਼ਵਰ ਕਹਿੰਦੇ ਹਾਂ, ਪੂਰੀ ਕਾਇਨਾਤ ਦਾ ਮਾਲਕ ਕਹਿੰਦੇ ਹਾਂ, ਰਚਨਹਾਰ ਕਹਿੰਦੇ ਹਾਂ। ਠੀਕ ਹੈ ਜੀ। ਤੋ ਦੇਖੋ ਯਿਸੂ ਮਸੀਹ ਨੇ ਆਪ ਚਮਤਕਾਰ ਕੀਤੇ ਔਰ ਚਮਤਕਾਰ ਕਰਨ ਦਾ ਪੂਰਾ ਅਧਿਕਾਰ ਆਪਣੇ ਚੇਲਿਆਂ ਨੂੰ ਵੀ ਦਿੱਤਾ ਕਿ ਜੋ ਬਿਮਾਰਾਂ ਨੂੰ ਚੰਗੇ ਕਰੋ, ਦੁਸ਼ਟ ਆਤਮਾਵਾਂ ਨੂੰ ਕੱਢੋ, ਜਿਹੜੀ ਭੈੜੀਆਂ ਆਤਮਾ ਹੈਗੀਆਂ ਉਹਨਾਂ ਨੂੰ ਬਾਹਰ, ਲੋਕਾਂ ਦੇ ਜਿਸਮਾਂ ਦੇ ਵਿੱਚੋਂ ਬਾਹਰ ਕੱਢੋ ਜਾ ਕੇ। ਆਪ ਵੀ ਉਹੀ ਕੰਮ ਕੀਤਾ, ਚੇਲਿਆਂ ਨੂੰ ਵੀ ਉਹੀ ਕੰਮ ਕਰਨ ਦਾ ਅਧਿਕਾਰ ਦਿੱਤਾ। ਔਰ ਦੇਖੋ ਉੱਥੇ ਗੱਲ ਮਤਲਬ ਕਿੰਨੀ ਸੋਹਣੀ ਗੱਲ ਹੈਗੀ ਹੈ ਕਿ ਜਦੋਂ ਉਹ ਕੰਮ ਆਪਾਂ ਕਰਨ ਲੱਗੇ ਹਾਂ ਤਾਂ ਪ੍ਰਭੂ ਕਹਿੰਦਾ ਮੇਰੇ ਤੋਂ ਦੂਰ ਹੋ ਜਾਓ, ਕਿ ਤੁਸੀਂ ਮੈਨੂੰ ਹੇ ਪ੍ਰਭੂ ਹੇ ਪ੍ਰਭੂ ਹੇ ਪ੍ਰਭੂ ਕਹਿੰਦੇ ਹੋ ਅਤੇ ਮੇਰੇ ਨਾਮ 'ਤੇ ਤੁਸੀਂ ਕੰਮ ਕਰਦੇ ਹੋ ਅਤੇ ਮੇਰੇ ਤੋਂ ਦੂਰ ਹੋ ਜਾਓ। ਇਹ ਗੱਲ ਨਾ ਬੜੀ ਸੋਚਣ ਵਾਲੀ ਹੈ। ਅਤੇ ਇੱਕ ਪਾਸੇ ਪਰਮੇਸ਼ਵਰ ਆਪ ਅਧਿਕਾਰ ਦਿੰਦਾ ਵੀ ਹੈ, ਸਾਮਰਥ ਵੀ ਦਿੰਦਾ, ਔਰ ਉਹ ਚੇਲੇ ਨੂੰ ਆਗਿਆ ਦਿੰਦਾ ਕਿ ਚੇਲੇ ਬਣਾਓ ਅਤੇ ਉਹਨਾਂ ਨੂੰ ਵੀ ਇਹ ਅਧਿਕਾਰ ਮਿਲ ਸਕਦੇ ਆ, ਜੇ ਮਿਲਣਗੇ ਜਾਂ ਮਿਲਣਗੇ ਹੀ। ਠੀਕ ਹੈ। ਪਰ ਦੂਜੇ ਪਾਸੇ ਆ ਵੀ ਗੱਲ ਆ ਜਾਂਦੀ ਹੈ। ਤੋ ਜੇ ਸਾਡਾ ਵਿਸ਼ਾ ਹੈ ਨਾ ਕਿ ਪਰਮੇਸ਼ਵਰ ਇਹਦਾ ਕਿਉਂ ਕਹਿੰਦਾ, ਜਿੱਦਾਂ ਕਿ ਮੈਂ ਉਹਦਾ ਇੱਕ ਭਾਗ ਪਹਿਲਾਂ ਬਣਾ ਚੁੱਕਾ ਅਤੇ ਹੁਣ ਅੱਜ ਦਾ ਦੂਜਾ ਭਾਗ ਹੈ ਅਤੇ ਉਹਦਾ ਤੀਜਾ ਭਾਗ ਵੀ ਅੱਗੇ ਬਣੇਗਾ। ਤੋ ਕੱਲ੍ਹ ਜਿਹੜੀ ਮੈਂ ਤੁਹਾਨੂੰ ਚੀਜ਼ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜੋ ਉਦਾਹਰਣ ਲਈ ਗਈ ਹੈ ਕਿ ਇੱਕ ਜਿਹੜਾ ਭੇਡ ਦੀ ਖੱਲ ਵਿੱਚ ਭੇੜੀਆ ਹੁੰਦਾ, ਉਹ ਇੱਕ ਜਾਸੂਸ ਦੀ ਤਰ੍ਹਾਂ ਹੁੰਦਾ। ਦੋਵਾਂ ਦਾ ਇੱਕੋ ਹੀ ਕੰਮ ਹੈ ਕਿ ਜੜ੍ਹਾਂ ਨੂੰ ਖੋਖਲਾ ਕਰਨਾ, ਉਹ ਜੜ੍ਹਾਂ ਨੂੰ ਪੁੱਟਣਾ। ਠੀਕ ਹੈ। ਹੁਣ ਮੈਂ ਐਗਜ਼ਾਮਪਲ ਤਾਂ ਤੁਹਾਨੂੰ ਦੇ ਚੁੱਕਾ, ਮੈਂ ਤੁਹਾਨੂੰ ਉਦਾਹਰਨ ਦੇ ਚੁੱਕਾ, ਸਮਝਾ ਵੀ ਚੁੱਕਾ ਕਿ ਵਾਕਈ ਕਿ ਜਿਹੜਾ ਇੱਕ ਜਾਸੂਸ ਹੁੰਦਾ ਉਹ ਬਿਲਕੁਲ ਜਿਹੜਾ ਉਹਨੇ ਆਪਣਾ ਕੰਮ ਕਰਨਾ ਹੁੰਦਾ ਉਸ ਕੰਮ ਦੇ ਪ੍ਰਤੀ ਆਪਣੇ ਆਪ ਨੂੰ ਢਾਲ ਲੈਂਦਾ ਅਤੇ ਉਹਦੇ ਉੱਤੇ ਕੋਈ ਵੀ ਜਿਹੜਾ ਨਾ ਸ਼ੱਕ ਨਹੀਂ ਕਰ ਸਕਦਾ, ਕਿਉਂਕਿ ਉਸ ਦੇਸ਼ ਵਿੱਚ ਜਾ ਕੇ ਉਹਦੇ ਵਰਗਾ ਹੀ ਹੋ ਜਾਂਦਾ। ਮੈਂ ਤੁਹਾਨੂੰ ਇੱਕ ਵਾਰੀ ਫਿਰ ਛੋਟੀ ਐਗਜ਼ਾਮਪਲ ਫਿਰ ਮੈਂ ਦੁਬਾਰਾ ਰਿਪੀਟ ਕਰਾਂਗਾ ਮੈਂ ਕਿ ਮੰਨ ਲਓ ਕਿ ਕੋਈ ਕਿਸੇ ਹੋਰ ਕੰਟਰੀ ਦਾ ਜਾਸੂਸ ਹੈ, ਸਾਡੀ ਧਰਤੀ 'ਤੇ ਆ ਜਾਵੇ, ਸਾਡੇ ਹਿੰਦੁਸਤਾਨ ਦੇ ਵਿੱਚ ਆ ਜਾਵੇ, ਉਹਨੇ ਇੱਥੇ ਦਾ ਨਾਗਰਿਕ ਬਣ ਜਾਣਾ, ਇੱਥੇ ਦੀ ਆਰਮੀ ਤੱਕ ਉਹਨੇ ਜੁਆਇਨ ਕਰ ਲੈਣੀ ਆ, ਵੱਡੇ ਅਫਸਰ ਤੱਕ ਉਹਨੇ ਬਣ ਜਾਣਾ। ਉਹ ਗੱਲਾਂ ਸੱਚ ਵੀ ਹੈਗੀਆਂ ਨੇ। ਤੋ ਹਿੰਦੁਸਤਾਨ 'ਚ ਰਹਿਣਾ ਉਹਨੇ, ਉਹੀ ਜਨਗਣ ਮਨ ਗਾਉਣਾ, ਉਹੀ ਵੰਦੇ ਮਾਤਰਮ ਗਾਉਣਾ ਉਹਨੇ, ਕਿਉਂ ਜੀ? ਉੱਥੇ ਦੀ ਤਨਖਾਹ ਲੈਣੀ ਹੈ, ਉੱਥੇ ਹੀ ਖਾਣਾ ਪੀਣਾ, ਉੱਥੇ ਦਾ ਨਾਗਰਿਕ ਹੈ, ਉੱਥੇ ਹੀ ਰਹਿਣਾ, ਉੱਥੇ ਦੇ ਤਿਉਹਾਰ ਮਨਾਉਣੇ, ਉੱਥੇ ਦੇ ਲੋਕਾਂ ਵਿੱਚ ਹੀ ਰਹਿਣਾ, ਉਹਨਾਂ ਨਾਲ ਰਿਸ਼ਤੇਦਾਰੀ ਪੈ ਜਾਣੀ ਹੈ, ਉੱਥੇ ਹੀ ਵਿਆਹ ਹੋ ਜਾਣੇ ਹੈ। ਉਹ ਇੱਕ ਲੰਬੀ ਪ੍ਰਕਿਰਿਆ ਹੈ ਜਾਸੂਸ ਦੀ। ਤਾਂ ਉਹ ਸਾਡੇ ਕੋਲ ਵੀ ਭਾਵੇਂ ਸਾਡਾ ਗੁਆਂਢੀ ਕਿਉਂ ਨਾ ਹੋਵੇ, ਅਸੀਂ ਨਹੀਂ ਪਛਾਣ ਸਕਦੇ ਕਿ ਇਹ ਜਾਸੂਸ ਹੈ ਜਦ ਤੱਕ ਕਿ ਉਹ ਆਪਣੀ ਇੱਕ ਗਲਤੀ ਕਰਕੇ ਫੜਿਆ ਨਹੀਂ ਜਾਂਦਾ। ਅਤੇ ਅਸੀਂ ਵਿਸ਼ਵਾਸ ਵੀ ਨਹੀਂ ਕਰ ਸਕਦੇ ਕਿ ਸਾਡੇ ਕੋਲ ਤਾਂ ਰਹਿੰਦਾ ਸੀ, ਇਹ ਸਾਨੂੰ ਪਤਾ ਨਹੀਂ ਲੱਗਾ ਕਿ ਇਹ ਜਾਸੂਸ ਸੀਗਾ। ਕੀ ਗੱਲ ਠੀਕ ਹੈ ਇਹ? ਅਤੇ ਜਿਹੜਾ ਫਿਰ ਉਹ ਜਿਹੜਾ ਝੂਠਾ ਪ੍ਰਚਾਰਕ ਹੈ ਨਾ, ਜਿਹੜਾ ਭੇਡ ਦੀ ਖੱਲ ਪਾ ਕੇ ਆ ਗਿਆ, ਉਹ ਵੀ ਇੱਕ ਪਰਮੇਸ਼ਵਰ ਦਾ ਇੱਕ ਸੇਵਕ ਬਣ ਕੇ ਤੁਹਾਡੇ ਕੋਲ ਆਉਂਦਾ।
ਹੁਣ ਅਸੀਂ ਉਦਾਹਰਨ ਤਾਂ ਦੇਤੀ ਹੋਈ ਹੈ, ਪਰ ਹੁਣ ਮੈਂ ਜਿਹੜੀ ਅਗਲੀ ਗੱਲ ਕਰਨਾ ਚਾਹੁੰਦਾ, ਮੈਂ ਅਗਲੀ ਗੱਲ ਹੈ ਕਿ ਇਹ ਉਦਾਹਰਨ ਤੁਹਾਡੇ ਜੀਵਨ 'ਚ ਕਿੱਦਾਂ ਪੂਰੀ ਹੁੰਦੀ ਹੈ। ਤਾਂ ਮੈਂ ਆਪਣੀ ਅੱਜ ਹੱਡ ਬੀਤੀ ਸੁਣਾਉਣ ਲੱਗਾ, ਕਿਉਂਕਿ ਜੋ ਬਾਈਬਲ ਹੈ, ਬਾਈਬਲ ਇੱਕ ਪ੍ਰੈਕਟੀਕਲ ਬੁੱਕ ਹੈ, ਇੱਕ ਜੋ ਲਿਖਿਆ ਉਹ ਹੋਣਾ ਵੀ ਹੈ, ਉਹ ਪਰਮੇਸ਼ਰ ਉਹਨੂੰ ਤੁਹਾਡੇ ਜੀਵਨ 'ਚ ਕਰਕੇ ਵਿਖਾਉਂਦਾ ਵੀ ਹੈ। ਜੇ ਮੈਂ ਅੱਜ ਇਹ ਪ੍ਰਚਾਰ ਕਰ ਰਿਹਾ ਤਾਂ ਉਹਦੇ ਪਿੱਛੇ ਜੋ ਮੇਰਾ ਬੇਸ ਹੈ, ਜੋ ਆਧਾਰ ਹੈ, ਉਹ ਮੇਰੀ ਆਪਣੀ ਹੱਡ ਬੀਤੀ ਹੈ। ਤੋ ਜੱਗ ਬੀਤੀਆਂ ਵੀ ਤਾਂ ਹੱਡ ਬੀਤੀਆਂ ਵੀ, ਤਾਂ ਅਸੀਂ ਹੱਡ ਬੀਤੀ ਸੁਣਾਉਣ ਦੀ ਗੱਲ ਕਰਦੇ ਹਾਂ ਕਿ ਜੋ ਮੈਂ ਬੋਲਿਆ ਉਹ ਸੱਚ ਕਿੱਦਾਂ ਹੁੰਦਾ। ਤੋ ਅੱਜ ਦਾ ਜਿਹੜਾ ਵਿਸ਼ਾ ਵਸਤੂ ਹੈ ਇਹੀ ਹੈ ਕਿ ਉਹ ਪ੍ਰਚਾਰਕ ਤੁਹਾਡੇ ਜੀਵਨ ਦੇ ਵਿੱਚ ਕਿਸ ਤਰ੍ਹਾਂ ਕੰਮ ਕਰਦਾ। ਮੈਂ ਸਾਡੇ ਘਰ ਤੋਂ ਤਕਰੀਬਨ 45 ਕਿਲੋਮੀਟਰ ਦੂਰ ਗੜ੍ਹਸ਼ੰਕਰ ਦੇ ਵਿੱਚ ਉੱਥੇ ਚਰਚ ਹੈ ਇੱਕ, ਅਤੇ ਉੱਥੇ ਮੈਂ ਲਗਭਗ 9 ਮਹੀਨੇ ਲਗਾਤਾਰ ਉੱਥੇ ਮੈਂ ਗਿਆ ਚਰਚ ਵਿੱਚ। ਤੋ ਜੋ ਚਰਚ ਦੇ ਸੇਵਕ ਹੈ, ਬੜੇ ਵਧੀਆ ਇਨਸਾਨ ਹੈ, ਬੜੇ ਵਧੀਆ ਵਿਅਕਤੀ ਹੈ, ਅਤੇ ਮੈਂ ਕਾਫੀ ਪ੍ਰਭਾਵਿਤ ਹੋਇਆ ਉਹਨਾਂ ਤੋਂ, ਅਤੇ ਮੇਰੇ ਘਰ ਵੀ ਆਏ। ਅਤੇ ਮੈਂ ਜਦੋਂ ਉਹਨਾਂ ਨਾਲ ਜੁੜਿਆ ਤਾਂ ਮੈਂ ਉੱਥੇ ਚਰਚ ਜਾਣਾ ਸ਼ੁਰੂ ਕੀਤਾ, ਤਾਂ ਮੈਂ ਇਸ ਗੱਲ 'ਤੇ ਬੜਾ ਖੁਸ਼ ਸੀਗਾ ਕਿ ਇਹ ਇੱਕ ਇੱਦਾਂ ਦੇ ਸੇਵਕ ਮੈਨੂੰ ਮਿਲੇ ਹੈ ਜੋ ਨਾ ਵਿਸ਼ਵਾਸ 'ਤੇ ਪ੍ਰਚਾਰ ਕਰਦੇ ਹੈ, ਨਾ ਗੈਰ ਭਾਸ਼ਾ 'ਤੇ ਪ੍ਰਚਾਰ ਕਰਦੇ, ਅਤੇ ਨਾ ਹੀ ਆਤਮਿਕ ਪਿਤਾ 'ਤੇ ਪ੍ਰਚਾਰ ਕਰਦੇ ਹੈ। ਜੋ ਮੇਰੀ ਸੋਚ ਹੈ ਇਹਨਾਂ ਦੀ ਵੀ ਇਹੀ ਸੋਚ ਹੈਗੀ ਹੈ। ਔਰ ਪਿਛਲੇ 5 ਮਹੀਨੇ ਲਗਾਤਾਰ ਮੈਂ ਜਦੋਂ ਉਹਨਾਂ ਕੋਲ ਜਾਂਦਾ ਰਿਹਾ ਤਾਂ ਸਾਡੇ ਨਾਲ 5 ਮਹੀਨੇ 'ਚ ਕੋਈ ਇਸ ਵਿਸ਼ੇ 'ਤੇ ਕੋਈ ਗੱਲ ਨਹੀਂ ਹੋਈ, ਅਤੇ ਨਾ ਹੀ ਉਹਨਾਂ ਨੇ ਇਸ ਵਿਸ਼ੇ ਉੱਤੇ ਕੋਈ ਪ੍ਰਚਾਰ ਕੀਤਾ। ਤਾਂ ਮੈਂ ਖੁਸ਼ ਸੀਗਾ ਕਿ ਮੈਨੂੰ ਇੱਕ ਵਧੀਆ ਮੇਰੇ ਹੀ ਵਰਗਾ, ਮੇਰੀ ਹੀ ਸੋਚ ਵਰਗਾ ਮੈਨੂੰ ਇੱਕ ਪਰਮੇਸ਼ਵਰ ਦਾ ਦਾਸ ਮਿਲ ਗਿਆ, ਅਤੇ ਮੇਰਾ ਮਨ ਉਹ ਤੋਂ ਬੜਾ ਪ੍ਰਸੰਨ ਸੀ। ਮੈਂ ਲਗਾਤਾਰ 5 ਮਹੀਨੇ ਜਾਂਦਾ ਰਿਹਾ ਉੱਥੇ। ਤਾਂ ਮੈਂ ਇੱਕ ਵਾਰੀ ਬਿਮਾਰ ਵੀ ਹੋਇਆ, ਤਾਂ ਜਦੋਂ ਮੇਰੇ ਘਰ ਉਹ ਆਏ ਤਾਂ ਉਹਨਾਂ ਨੇ ਸਾਡੀ ਆਰਥਿਕ ਸਹਾਇਤਾ ਵੀ ਕੀਤੀ, ਕਿਉਂਕਿ ਉਸ ਵੇਲੇ ਹਜੇ ਮੈਂ ਚਰਚ ਜਾਣਾ ਸ਼ੁਰੂ ਨਹੀਂ ਸੀ ਕੀਤਾ। ਉਹ ਫਸਟ ਟਾਈਮ ਮੇਰੇ ਘਰ ਆਏ ਸੀਗੇ, ਉਸ ਤੋਂ ਬਾਅਦ ਹੀ ਮੈਂ ਚਰਚ ਜਾਣਾ ਸ਼ੁਰੂ ਕੀਤਾ ਸੀਗਾ। ਤੋ ਇਹ ਸਾਡੀ ਹੱਡ ਬੀਤੀ ਹੈ। ਅਤੇ ਅੱਗੇ ਕੀ ਹੁੰਦਾ, ਫਿਰ ਉਹਨਾਂ ਦੀ ਚਰਚ ਵਿੱਚ ਹਰ ਸਾਲ ਇੱਕ ਵੱਡਾ ਪ੍ਰੋਗਰਾਮ ਹੁੰਦਾ, ਅਤੇ ਉਹ ਵੱਡਾ ਮੀਟਿੰਗ ਰੱਖਦੇ ਆ। ਅਤੇ ਦਿੱਲੀ ਤੋਂ ਉਹਨੂੰ ਇੱਕ ਪ੍ਰੋਫਟ ਹੈ, ਮੈਂ ਨਾਮ ਨਹੀਂ ਲੈਣਾ ਚਾਹਾਂਗਾ, ਮੈਂ ਨਾਮ ਕਿਸੇ ਵੀ ਚਰਚ ਦਾ ਜਾਂ ਕਿਸੇ ਵੀ ਸੇਵਕ ਦਾ ਮੈਂ ਨਾਮ ਨਹੀਂ ਲਵਾਂਗਾ ਮੈਂ। ਉਹ ਹਰ ਸਾਲ ਜਾਂ ਸਾਲ 'ਚ 1-2 ਵਾਰੀ ਚਰਚ ਉੱਥੇ ਆਉਂਦੇ ਹੈ ਗੜ੍ਹਸ਼ੰਕਰ, ਅਤੇ ਕਿਉਂਕਿ ਕਾਫੀ ਪਿਆਰ ਉਹਨਾਂ ਦਾ ਬਣਿਆ ਹੋਇਆ ਪਾਸਟਰ ਜੀ ਨਾਲ। ਅਤੇ ਮੈਂ 5 ਮਹੀਨੇ 'ਚ ਉਹਨਾਂ ਬਾਰੇ ਸੁਣਿਆ ਬਹੁਤ ਸੀਗਾ, ਅਤੇ ਮੈਨੂੰ ਵੀ ਬੜਾ ਸੀ, ਮੇਰੇ ਮਨ 'ਚ ਬੜਾ ਉਤਸ਼ਾਹਿਤ ਸੀ ਮੈਂ ਕਿ ਵੀ ਜਦੋਂ ਹੁਣ ਉਹਨਾਂ ਨੇ ਆਉਣਾ ਤਾਂ ਮੈਂ ਉਹਨਾਂ ਨੂੰ ਮਿਲਾਂਗਾ। ਮੈਂ ਬੜੀਆਂ ਵੱਡੀ ਗੱਲਾਂ ਉਹਨਾਂ ਲਈ ਸੁਣੀਆਂ ਹੋਈਆਂ ਸੀ, ਬੜੇ ਪ੍ਰਭੂ ਦੇ ਦਾਸ ਹੈ। ਸਭ ਤੋਂ ਵੱਡੀ ਗੱਲ ਹੈ ਕਿ ਉਹ 40 ਦਿਨ ਦਾ ਰੋਜ਼ਾ ਰੱਖਦੇ, ਇਕੱਲੇ 40 ਦਿਨ ਦਾ ਲਗਾਤਾਰ ਰੋਜ਼ਾ ਰੱਖਦੇ ਉਹ। ਮੈਂ ਤਾਂ ਇਸ ਗੱਲ 'ਤੇ ਬੜਾ ਪ੍ਰਭਾਵਿਤ ਸੀ ਉਹਨਾਂ ਨਾਲ। ਅਤੇ ਉਹ ਸਮਾਂ ਆਇਆ ਅਤੇ ਉਹਨਾਂ ਦੇ 4 ਦਿਨ ਦਾ ਪ੍ਰੋਗਰਾਮ ਸੀਗਾ, ਚਰਚ ਵਿੱਚ ਆਏ। ਪਹਿਲੇ ਦਿਨ ਦਾ ਪ੍ਰੋਗਰਾਮ ਤਾਂ ਕਿਸੇ ਘਰ ਸੀ, ਕਿਸੇ ਵੀ ਕਲੀਸੀਆ ਦੇ ਵਿਅਕਤੀ ਨੇ ਆਪਣੇ ਘਰ 'ਚ ਪ੍ਰੋਗਰਾਮ ਰੱਖਿਆ ਸੀ, ਤਾਂ ਉੱਥੇ ਅਸੀਂ ਵੀ ਗਏ, ਅਤੇ ਬਹੁਤ ਵਧੀਆ ਪ੍ਰਚਾਰ, ਮਤਲਬ ਕਿ ਬਹੁਤ ਆਨੰਦ ਆਇਆ ਵੀ ਵਾਕਈ ਜੋ ਸੁਣਿਆ ਸੀ ਉਹੀ ਹੈ। ਇੰਨਾ ਤਕੜਾ ਉਹਨਾਂ ਨੇ ਪ੍ਰਚਾਰ ਕੀਤਾ ਸੀ। ਔਰ ਉਸ ਪ੍ਰਚਾਰ ਵਿੱਚ ਉਹਨਾਂ ਨੇ ਮੇਰੀ ਭਵਿੱਖਬਾਣੀ ਕੀਤੀ ਐਜ਼ ਏ ਪ੍ਰਚਾਰਕ। ਤਾਂ ਉਸ ਤੋਂ ਬਾਅਦ ਅਗਲਾ ਸੰਡੇ ਆ ਗਿਆ। ਸੰਡੇ ਨੂੰ ਚਰਚ ਵਿੱਚ ਨੋਰਮਲ ਜਿੱਦਾਂ ਮੀਟਿੰਗ ਹੁੰਦੀ ਉਸ ਤਰ੍ਹਾਂ ਮੀਟਿੰਗ ਹੋਈ। ਉਸ ਤੋਂ ਬਾਅਦ ਫਿਰ ਸੋਮਵਾਰ ਇੱਕ ਮੀਟਿੰਗ ਹੋਈ, ਉਹ ਸਪੈਸ਼ਲ ਮੀਟਿੰਗ ਸੀਗੀ। ਉਹਦੇ ਵਿੱਚ ਕਲੀਸਿਆ ਨਹੀਂ ਸੀਗੀ, ਉਹਦੇ ਵਿੱਚ ਸਿਰਫ ਜਿਹੜੇ ਆਪਾਂ ਵਲੰਟੀਅਰ ਸੀਗੇ ਉਹੀ ਸੀਗੇ। ਫਿਰ ਜਿਹੜੀ ਮੇਨ ਮੀਟਿੰਗ ਸੀਗੀ ਉਹਨਾਂ ਦੀ, ਜੋ ਕਿ ਪਿੰਡ ਵਿੱਚ ਕੀਤੀ ਜਾਣੀ ਸੀਗੀ, ਬਾਹਰ ਖੁੱਲ੍ਹੇ ਮੈਦਾਨ ਦੇ ਵਿੱਚ ਕਰਦੇ, ਤਾਂ ਕਾਫੀ ਵੱਡਾ ਹਜ਼ੂਮ ਉੱਥੇ ਆਉਂਦਾ। ਤਾਂ ਲਗਾਤਾਰ 4 ਮੀਟਿੰਗਾਂ ਦੇਖੀਆਂ ਆਪਾਂ ਉਹਨਾਂ ਦੀਆਂ। ਅਤੇ ਪਹਿਲੀਆਂ 2 ਮੀਟਿੰਗਾਂ ਤਾਂ ਬਹੁਤ ਸੁਪਰ ਡੂਪਰ ਰਹੀਆਂ, ਬਹੁਤ ਆਨੰਦ ਆਇਆ। ਪਰ ਜਿਹੜੀ ਮੀਟਿੰਗ ਉਹਨਾਂ ਨੇ ਸੋਮਵਾਰ ਕੀਤੀ ਸੀ, ਜੇ ਸਿਰਫ ਕਲੀਸਿਆ ਦੇ ਚੁਣੇ ਹੋਏ ਲੋਕ, ਜਿਹਨੂੰ ਆਪਾਂ ਵਲੰਟੀਅਰ ਕਹਿ ਦਿੰਦੇ ਆ, ਉਹਨਾਂ ਨੂੰ ਇਕੱਠੇ ਕਰਕੇ, ਔਰ ਅਸੀਂ ਤਕਰੀਬਨ 17 ਵਿਅਕਤੀ ਸੀ ਉੱਥੇ। ਤਾਂ ਉਹ ਮੀਟਿੰਗ ਬੜੀ ਯਾਦਗਾਰ ਰਹੀ ਮੇਰੇ ਵਾਸਤੇ, ਕਿਉਂਕਿ ਜੋ ਕੁਛ ਮੈਂ ਸੁਣਿਆ ਸੀ, ਜੋ ਕੁਛ ਮੈਂ ਉਹਨਾਂ 'ਚ ਵੇਖਿਆ ਸੀ, ਉਹ ਤੋਂ ਬਿਲਕੁਲ ਉਹਨਾਂ ਨੇ ਉਲਟ ਮੀਟਿੰਗ ਕੀਤੀ। ਉਹ ਮੀਟਿੰਗ ਸਾਡੇ ਲਈ ਇੱਕ ਸਪੈਸ਼ਲ ਟ੍ਰੇਨਿੰਗ ਸੀਗੀ ਕਿ ਤੁਸੀਂ ਪਰਮੇਸ਼ਵਰ ਤੋਂ ਆਸ਼ੀਸ਼ ਕਿੱਦਾਂ ਲੈਣੀ ਹੈ। ਉਸ ਪੂਰੀ ਮੀਟਿੰਗ ਦੇ ਵਿੱਚ ਤੁਹਾਨੂੰ ਉਸ ਚਰਚ ਨਾਲ ਜੁੜੇ ਰਹਿਣ, ਦਸਵੰਧ ਵਿੱਚ ਪੱਕਾ ਹੋਣ, ਅਤੇ ਆਤਮਿਕ ਪਿਤਾ ਗ੍ਰਹਿਣ ਕਰਨ, ਔਰ ਗੈਰ ਭਾਸ਼ਾ ਉੱਤੇ ਸਾਨੂੰ ਟੀਚਿੰਗ ਦਿੱਤੀ ਗਈ। ਉਹ ਮੀਟਿੰਗ ਤੋਂ ਬਾਅਦ ਤਾਂ ਮੇਰਾ ਮਨ ਤਾਂ ਬਿਲਕੁਲ ਫਿਊਜ਼ ਹੋ ਗਿਆ। ਮੈਂ ਕਿਹਾ ਨਹੀਂ, ਇਹ ਤਾਂ ਘੁੰਮ ਫਿਰ ਕੇ ਆ ਕੇ ਗੱਲ ਉੱਥੇ ਹੀ ਖੜ ਗਈ ਜਿੱਥੋਂ ਮੈਂ ਡਰਦਾ ਸੀ।
ਪਰ ਜਦੋਂ ਉਸ ਤੋਂ ਬਾਅਦ ਜਿਹੜੀ ਉਹਨੇ ਮੰਗਲਵਾਰ ਨੂੰ ਮੀਟਿੰਗ ਕੀਤੀ, ਚੌਥੀ ਮੀਟਿੰਗ ਜਿਹੜੀ ਹੀਲਿੰਗ ਮੀਟਿੰਗ ਸੀਗੀ, ਉੱਥੇ ਉਹੀ ਕੰਮ ਸ਼ੁਰੂ ਹੋ ਗਿਆ। ਪ੍ਰਾਰਥਨਾ ਕਰਨੀ, ਲੋਕਾਂ ਨੂੰ ਸੁੱਟਣਾ, ਨਾਮ ਲੈ ਕੇ ਭਵਿੱਖਬਾਣੀ ਕਰਨੀ ਹੈ, ਨਿਸ਼ਾਨੀਆਂ ਦੱਸ ਕੇ ਭਵਿੱਖਬਾਣੀ ਕਰਨੀ ਹੈ, ਬੜਾ ਕੁਛ ਹੁੰਦਾ ਰਿਹਾ। ਅਤੇ ਮੈਂ ਤਾਂ ਉਸ ਮੀਟਿੰਗ ਦੇ ਵਿੱਚ ਬਿਲਕੁਲ ਪਿੱਛੇ ਜਾ ਕੇ ਬੈਠ ਗਿਆ, ਤਾਂ ਮੈਨੂੰ ਕੋਈ ਆਨੰਦ ਨਹੀਂ ਆਇਆ ਉਸ ਮੀਟਿੰਗ ਦੇ ਵਿੱਚ। ਉਸ ਤੋਂ ਬਾਅਦ ਮੇਰੇ ਪਾਸਟਰ ਜੀ ਨੇ ਮੈਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਥੋੜ੍ਹੀ ਕਿ ਪਾਸਟਰ ਸਾਹਿਬ ਜੀ, ਉਹ ਮੀਟਿੰਗ ਤੋਂ ਬਾਅਦ ਮੈਨੂੰ ਕੋਈ ਆਤਮਿਕ ਉੱਨਤੀ ਨਹੀਂ ਮਿਲੀ ਹੋਈ। ਮੈਂ ਥੋੜ੍ਹਾ ਹੋਰ ਪਰੇਸ਼ਾਨ ਹੋ ਗਿਆ ਕਿ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਮੈਨੂੰ ਨਹੀਂ ਚੰਗੀਆਂ ਲੱਗਦੀਆਂ, ਜਾਂ ਪਤਾ ਨਹੀਂ ਇਹਨਾਂ ਚੀਜ਼ਾਂ ਦੇ ਲਾਇਕ ਮੈਂ ਹੀ ਨਹੀਂ ਹੈ। ਤੋ ਫਿਰ ਕੀ ਹੋਇਆ ਕਿ ਲਗਭਗ 1 ਮਹੀਨਾ ਬੀਤਣ ਤੋਂ ਬਾਅਦ ਉਹਨਾਂ ਦਾ ਦੌਰਾ ਫੇਰ ਆਉਣਾ ਹੋ ਗਿਆ। ਦਿੱਲੀ ਤੋਂ ਦੌਰਾ ਫੇਰ ਆਏ, ਕਿਸੇ ਹੋਰ ਚਰਚ ਵਾਲੇ ਨੇ ਉਹਨਾਂ ਨੂੰ ਇਨਵਾਈਟ ਕੀਤਾ, ਅਤੇ ਉਹਨਾਂ ਦਾ ਦੌਰਾ ਫਿਰ ਆਉਣਾ ਹੋਇਆ। ਤਾਂ ਫਿਰ ਅਸੀਂ ਫਿਰ ਉਹਨਾਂ ਦੀ ਇੱਕ ਮੀਟਿੰਗ ਅਟੈਂਡ ਕੀਤੀ। ਫਿਰ ਉਸ ਦਿਨ ਕੀ ਹੋਇਆ ਕਿ ਉਹ ਪ੍ਰੋਫਟ ਜੀ ਅਤੇ ਅਸੀਂ ਕੋਈ 4-5 ਜਣੇ ਉਹਨਾਂ ਨਾਲ ਬੈਠੇ ਗੱਲਬਾਤ ਕਰਦੇ ਪਏ ਹਾਂ, ਅਤੇ ਉਹਨਾਂ ਨੇ ਸਾਨੂੰ ਇੱਕ ਅਲੱਗ ਸਿੱਖਿਆ ਦੇਣੀ ਸ਼ੁਰੂ ਕਰ ਦਿੱਤੀ। ਹੁਣ ਇੱਥੇ ਗੱਲ ਮੇਨ ਪੁਆਇੰਟ ਹੁਣ ਇੱਥੇ ਹੈ ਜਿਹੜੀ ਮੈਂ ਤੁਹਾਨੂੰ ਗੱਲ ਵਰਣਨ ਕਰਨ ਲੱਗਾ। ਮੈਂ ਇਹ ਮੇਰੀ ਉਹਨਾਂ ਦੇ ਨਾਲ ਮੇਰੀ ਇਹ 5ਵੀਂ ਮੀਟਿੰਗ ਸੀਗੀ, ਅਤੇ 4 ਮੀਟਿੰਗਾਂ ਦੇ ਵਿੱਚ ਉਹਨਾਂ ਨੇ ਖੂਬ ਰੌਲਾ ਪਾਇਆ ਜੀ, ਯਿਸੂ ਮਸੀਹ ਦਾ, ਸਲੀਬ ਦਾ, ਪਾਪ ਦਾ, ਬਲੀਦਾਨ ਦਾ। ਇੰਨਾ ਇਮੋਸ਼ਨਲ ਹੋ ਕੇ ਉਹਨਾਂ ਨੇ ਪ੍ਰਚਾਰ ਕੀਤਾ ਕਿ ਸਾਡੀ ਅੱਖਾਂ ਦੇ ਵਿੱਚ ਵੀ ਪਾਣੀ ਕਢਾਤਾ ਸੀ ਉਹਨਾਂ ਨੇ, ਕਿ ਵਾਕਈ ਇੰਨਾ ਪਿਆਰ, ਇੰਨਾ ਸਮਰਪਣ, ਇੰਨਾ ਬਲੀਦਾਨ, 40 ਰੋਜ਼ੇ, ਇੰਨਾ ਦਾਨ ਪੁੰਨ। ਮਤਲਬ ਕਿ ਅਸੀਂ ਗਦਗਦ ਹੋ ਗਏ ਸੀ ਉਹਨਾਂ ਦੀ ਗੱਲਾਂ ਸੁਣ ਕੇ ਕਿ ਵਾਕਈ ਪਰਮੇਸ਼ਵਰ ਦੇ ਦਾਸ ਹੈ। ਪਰ ਜਿਹੜੀ 5ਵੀਂ ਮੀਟਿੰਗ ਉਹਨਾਂ ਨੇ ਸਾਡੇ ਨਾਲ ਪਰਸਨਲ ਗੱਲਬਾਤ ਕੀਤੀ, ਜਦੋਂ ਅਸੀਂ 4 ਜਾਂ 5 ਆਪਾਂ ਜਾਣੇ ਬੈਠੇ ਹੋਏ ਸੀਗੇ, ਤਾਂ ਜਿਹੜੀ ਫਿਰ ਗੱਲਾਂ ਉਹਨਾਂ ਨੇ ਬਿਆਨ ਕੀਤੀਆਂ, ਉਹ ਬਿਆਨ ਮੈਂ ਜੋ ਦੱਸਣ ਜਾ ਰਿਹਾ ਤੁਹਾਨੂੰ ਮੈਂ, ਕਿ ਉਹਨਾਂ ਨੇ ਕਿਹਾ ਕਿ ਮੈਨੂੰ ਬੁਲਟ ਮੋਟਰਸਾਈਕਲ ਮੈਂ ਲਿਆ, ਪਰਮੇਸ਼ਵਰ ਨੇ ਐਡੀ ਵੱਡੀ ਮੇਰੇ 'ਤੇ ਦਇਆ ਕੀਤੀ, ਮੇਰਾ ਸ਼ੌਂਕ ਸੀ ਲੈਣਾ, ਪਰਮੇਸ਼ਵਰ ਨੇ ਮੇਰੀ ਸੁਣੀ ਤਾਂ ਮੈਂ ਬੁਲਟ ਮੋਟਰਸਾਈਕਲ ਲਿਆ। ਚਲੋ ਇਹ ਵੀ ਗੱਲ ਚੰਗੀ ਸੀ, ਚਲੋ ਕੋਈ ਗੱਲ ਨਹੀਂ। ਫਿਰ ਉਹਨੇ ਇੱਕ ਬੜੀ ਖਤਰਨਾਕ ਗੱਲ ਕਰ ਦਿੱਤੀ, ਜਿਸ ਗੱਲ ਨੇ ਮੈਨੂੰ ਫਿਰ ਹਿਲਾ ਕੇ ਰੱਖ ਦਿੱਤਾ। ਉਹ ਕਹਿੰਦੇ ਵੀ ਤੁਸੀਂ 200 ਦੀ ਸ਼ਰਟ ਨਹੀਂ ਪਾਉਣੀ, 5000 ਦੀ ਸ਼ਰਟ ਪਾਉਣੀ ਹੈ। ਇਸ ਲਈ ਤੁਸੀਂ ਪਰਮੇਸ਼ਵਰ ਅੱਗੇ ਦੁਆ ਕਰੋ, ਪਰਮੇਸ਼ਵਰ ਮੇਰੀ ਸੈਲਰੀ 5000 ਤੋਂ 50000 ਹੋ ਜਾਵੇ, ਤਾਂ ਜੋ ਕਿ ਮੈਂ 5000 ਵਾਲੀ ਸ਼ਰਟ ਪਾਉਣੀ ਹੈ, ਕਿ ਮੈਂ ਤੇਰਾ ਪੁੱਤਰ ਹਾਂ ਅਤੇ ਅਸੀਂ ਸਸਤੇ ਕੱਪੜੇ ਨਹੀਂ ਪਾਉਣੇ। ਉਹਨਾਂ ਨੇ ਉਦਾਹਰਨ ਦਿੱਤੀ ਕਿ ਜਿਹੜੇ ਕੱਪੜੇ ਉਹਨਾਂ ਨੇ ਪਾਏ ਹੋਏ ਸੀਗੇ ਉਹ ਕਿਸੇ ਨੇ ਉਹਨਾਂ ਨੂੰ ਦਿੱਤੇ ਹੋਏ ਸੀਗੇ ਅਤੇ ਕਿੰਨੇ ਮਹਿੰਗੇ ਸੀਗੇ। ਮੈਂ ਇਹ ਐਗਜ਼ਾਮਪਲ ਤੁਹਾਨੂੰ ਤਾਂ ਦੇ ਰਿਹਾ ਕਿਉਂਕਿ ਇਹ ਮੇਰੀ ਹੱਡ ਬੀਤੀ ਹੈ ਕਿ ਦੇਖੋ, ਜਿਸ ਪ੍ਰਚਾਰਕ ਦਾ ਅਸੀਂ ਬੜਾ ਨਾਮ ਸੁਣਿਆ, ਉਹ ਖੁਦ ਅਸੀਂ ਉਹਨਾਂ ਨੂੰ ਸੁਣਿਆ, ਖੁਦ ਉਹਨੇ ਸਾਡੇ ਅੱਖਾਂ 'ਚ ਪਾਣੀ ਕਢਾਤਾ ਸੀ ਪ੍ਰਭੂ ਦਾ ਬਲੀਦਾਨ ਦਾ ਸੁਸਮਾਚਾਰ ਸੁਣਾ ਕੇ, ਅਤੇ 5ਵੀਂ ਮੀਟਿੰਗ ਦੇ ਵਿੱਚ ਉਹਨਾਂ ਨੇ ਆਪਣੀ ਅਸਲੀ ਗੱਲ ਕਹਿ ਛੱਡੀ ਕਿ ਸਾਰੇ ਪਾਸੇ ਗੱਲਾਂ ਘੁਮਾ ਕੇ ਐਂਡ 'ਤੇ ਸਾਨੂੰ ਕਿੱਥੇ ਜੋੜਿਆ? 5000 ਦੀ ਸ਼ਰਟ ਪਾਉਣ ਦੇ ਲਈ ਸੰਸਾਰ ਦੇ ਨਾਲ ਜੋੜਿਆ। ਜਦਕਿ ਅਸੀਂ ਅਗਰ ਬਾਈਬਲ ਨੂੰ ਪੜ੍ਹੀਏ ਤਾਂ ਲੂਕਾ ਦੇ ਅਧਿਆਇ 'ਚ ਲਿਖਿਆ ਹੋਇਆ ਕਿ ਜਿੰਨਾ ਤੇਰਾ ਵੇਤਨ ਹੈ ਨਾ, ਜਿੰਨੀ ਤੇਰੀ ਤਨਖਾਹ, ਜਿੰਨੀ ਤੇਰੀ ਕਮਾਈ ਹੈ, ਤੂੰ ਉਹਦੇ ਨਾਲ ਗੁਜ਼ਾਰਾ ਕਰ। ਬਾਈਬਲ ਦੱਸਦੀ ਹੈ ਕਿ ਸੰਤੁਸ਼ਟ ਹੋ ਕੇ, ਮਤਲਬ ਸੰਤੋਸ਼ ਦੇ ਨਾਲ ਭਗਤੀ ਕਰ, ਸੰਤੁਸ਼ਟ ਹੋ ਕੇ ਭਗਤੀ ਕਰ ਤੂੰ ਆਪਣੀ ਬਸ, ਜਿੱਥੇ ਜਿੰਨਾ ਕੁ ਤੇਰੇ ਕੋਲ ਹੋਇਆ ਨਾ ਉਹ 'ਚ ਸੰਤੁਸ਼ਟ ਰਹਿ। ਤੋ ਇਹ ਜਿਹੜੀ ਐਗਜ਼ਾਮਪਲ ਹੈ ਮੈਨੂੰ ਦੱਸਣੀ ਬਹੁਤ ਜ਼ਰੂਰੀ ਸੀ ਤੁਹਾਨੂੰ ਸਾਰਿਆਂ ਨੂੰ, ਔਰ ਜੋ ਮੇਰੇ ਵੀਡੀਓ ਦੇਖ ਰਹੇ ਮੈਂ ਉਹਨਾਂ ਨੂੰ ਵੀ ਮੈਂ ਬੇਨਤੀ ਕਰਾਂਗਾ ਕਿ ਅਗਰ ਤੁਹਾਨੂੰ ਕਿਸੇ ਗੱਲ ਦਾ ਬੁਰਾ ਲੱਗਦਾ ਕਿ ਮੈਂ ਕਿਸੇ ਦੇ ਖਿਲਾਫ ਬੋਲ ਰਿਹਾ, ਮੈਂ ਕਿਸੇ ਦੇ ਖਿਲਾਫ ਬਿਲਕੁਲ ਨਹੀਂ ਬੋਲ ਰਿਹਾ। ਮੈਂ ਤੁਹਾਨੂੰ ਇੱਕ ਸੱਚਾਈ ਦੱਸ ਰਿਹਾ ਕਿ ਅਸਲ 'ਚ ਸੱਚ ਕੀ ਹੈ। ਉਹਨਾਂ ਨੇ ਪਰਮੇਸ਼ਵਰ ਦਾ ਖੂਬ ਪ੍ਰਚਾਰ ਕੀਤਾ, ਉਹ 'ਚ ਕੋਈ ਸ਼ੱਕ ਨਹੀਂ, ਪਰ ਉਹਨਾਂ 3 ਚੀਜ਼ਾਂ ਨਾਲ ਰੱਖ ਲਈਆਂ: ਆਤਮਿਕ ਪਿਤਾ, ਦਸ਼ਵੰਸ਼ ਅਤੇ ਗੈਰ ਭਾਸ਼ਾ। ਉਹ ਜਿਹੜਾ ਗੈਰ ਭਾਸ਼ਾ ਦੇਣ ਦਾ ਉਹਨਾਂ ਦਾ ਤਰੀਕਾ ਸੀ ਉਹ ਬਾਈਬਲ ਦੇ ਵਿੱਚ ਹੈ ਹੀ ਨਹੀਂ। ਗੈਰ ਭਾਸ਼ਾ ਤਾਂ ਉਦੋਂ ਮਿਲਦੀ ਹੈ ਜਦੋਂ ਪਵਿੱਤਰ ਆਤਮਾ ਉਤਰਦਾ। ਕਈਆਂ ਨੂੰ ਪਹਿਲਾਂ ਮਿਲ ਜਾਂਦੀ, ਕਈਆਂ ਨੂੰ ਬਾਅਦ 'ਚ ਮਿਲਦੀ। ਪਰ ਸਤੁਤੀ ਸਪੀਡ ਵਿੱਚ ਬੋਲ ਕੇ ਤੁਹਾਡੀ ਜ਼ੁਬਾਨ ਲੜਖੜਾ ਜਾਵੇ ਅਤੇ ਕੁਛ ਹੋਰ ਹੀ ਸ਼ਬਦ ਨਿਕਲ ਜਾਵੇ ਤਾਂ ਉਹ ਕਵੇ ਤੁਹਾਨੂੰ ਗੈਰ ਭਾਸ਼ਾ ਮਿਲ ਗਈ ਹੈ, ਇਹ ਸਰਾਸਰ ਗਲਤ ਹੈ, ਇਹ ਪਰਮੇਸ਼ਰ ਵੱਲੋਂ ਨਹੀਂ ਹੈ। ਤੋ ਜਿਹੜੀ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਹੈ ਨਾ ਕਿ ਉਹ ਜਿਹੜੀ
ਭੇਡਾਂ ਦੀ ਖਲ ਵਿੱਚ ਭੇੜੀਏ ਆਉਂਦੇ ਆ, ਉਹਦਾ ਇਹੀ ਅਰਥ ਹੈ ਕਿ ਉਹ ਭੇਡ ਬਣ ਕੇ ਤੁਹਾਡੇ ਕੋਲ ਆਉਂਦੇ ਆ, ਪ੍ਰਭੂ ਦੀ ਚੁਣੀ ਹੋਈ ਭੇਡ ਬਣ ਕੇ ਤੁਹਾਡੇ ਕੋਲ ਆਉਂਦੇ ਆ, ਪ੍ਰਭੂ ਦੇ ਚੁਣੇ ਹੋਏ ਸੇਵਕ ਬਣ ਕੇ ਤੁਹਾਡੇ ਕੋਲ ਆਉਂਦੇ ਆ, ਪ੍ਰਭੂ ਦੀਆਂ ਮਹਾਨ ਗੱਲਾਂ ਕਰਦੇ ਆ। ਪਰ ਜਦੋਂ ਤੁਸੀਂ ਉਹਨਾਂ ਨਾਲ ਹੌਲੀ ਹੌਲੀ ਜੁੜ ਜਾਂਦੇ ਹੋ, ਔਰ ਜਦੋਂ ਉਹਨਾਂ ਨੂੰ ਲੱਗਦਾ ਕਿ ਹਾਂ ਕਿ ਹੁਣ ਇਹ ਵਿਅਕਤੀ ਸਾਡੇ ਨਾਲ ਜੁੜ ਚੁੱਕਾ ਹੈਗਾ, ਅਤੇ ਹੁਣ ਉਹਨੂੰ ਪਿੰਨ ਦਾ ਪੁਆਇੰਟ ਉਸ ਗੱਲ ਉੱਤੇ ਟੰਗਦੇ ਹੋ ਕਿ ਭਾਈ ਦਸ਼ਵੰਸ਼ ਤੋਂ ਬਗੈਰ ਗੁਜ਼ਾਰਾ ਨਹੀਂ ਹੈਗਾ ਤੇਰਾ, ਜਾਂ ਆਸ਼ੀਸ਼ ਲੈਣੀ ਹੈ, ਤੇਰਾ ਇੱਕ ਆਤਮਿਕ ਪਿਤਾ ਹੋਣਾ ਚਾਹੀਦਾ ਜੋ ਤੇਰੀ ਆਤਮਿਕ ਉન્નਤੀ ਕਰੇ। ਅਤੇ ਉਹਨੂੰ ਇੱਕ ਝੂਠਾ ਵਿਸ਼ਵਾਸ ਦਿਵਾਉਣ ਦੇ ਲਈ ਕਿ ਤੈਨੂੰ ਪਵਿੱਤਰ ਆਤਮਾ ਮਿਲ ਚੁੱਕਾ, ਉਹ ਇੱਕ ਬੇਕਾਰ ਜੀ ਭਾਸ਼ਾ ਨੂੰ ਤੁਹਾਨੂੰ ਮੜ ਦਿੰਦੇ ਆ ਅਤੇ ਸਾਨੂੰ ਮੂਰਖ ਬਣਾਉਂਦੇ ਆ ਕਿ ਤੁਸੀਂ ਇਹਨੂੰ ਗੈਰ ਭਾਸ਼ਾ ਮਿਲ ਗਈ ਹੈ ਤਾਂ ਤੁਸੀਂ ਹੁਣ ਪਵਿੱਤਰ ਆਤਮਾ ਨਾਲ ਭਰ ਗਏ ਆ, ਔਰ ਅਸੀਂ ਬੇਵਕੂਫ ਬਣੇ ਆਪਣੇ ਆਪ ਨੂੰ ਇਹੀ ਸਮਝ ਲੈਂਦੇ ਕਿ ਅਸੀਂ ਪਵਿੱਤਰ ਆਤਮਾ ਨਾਲ ਭਰ ਗਏ ਹਾਂ, ਪਰ ਸਾਡੇ ਕੰਮ ਨਹੀਂ ਬਦਲੇ। ਕਿਉਂਕਿ ਜਿਹਨੂੰ ਪਵਿੱਤਰ ਆਤਮਾ ਮਿਲ ਜਾਂਦਾ ਤਾਂ ਉਹਦੇ ਕੰਮ ਹੀ ਬਦਲ ਜਾਂਦੇ ਨੇ। ਪਵਿੱਤਰ ਆਤਮਾ ਪਾਇਆ ਹੋਇਆ ਵਿਅਕਤੀ ਸਿੱਧਤਾ ਦੇ ਵੱਲ ਨੂੰ ਵੱਧਦਾ, ਨਾ ਕਿ ਸੰਸਾਰ ਵੱਲ ਨੂੰ ਵੱਧਦਾ। ਕਿਉਂਕਿ ਵਚਨ ਸਾਨੂੰ ਸਿਖਾਉਂਦਾ ਕਿ ਜੇ ਪਵਿੱਤਰ ਆਤਮਾ ਆਏਗਾ ਤਾਂ ਤੁਹਾਨੂੰ ਮੇਰੀਆਂ ਗੱਲਾਂ ਵਿੱਚੋਂ ਸਿਖਾਏਗਾ। ਪ੍ਰਭੂ ਨੇ ਕਿਹਾ ਨਾ, ਪ੍ਰਭੂ ਦੇ ਵਚਨ ਦੇ ਵਿੱਚੋਂ ਸਿਖਾਏਗਾ, ਪ੍ਰਭੂ ਦੇ ਹੁਕਮਾਂ ਦੇ ਵਿੱਚੋਂ ਸਿਖਾਏਗਾ, ਪ੍ਰਭੂ ਦੀ ਆਗਿਆਵਾਂ ਨੂੰ ਸਿਖਾਏਗਾ, ਪ੍ਰਭੂ ਦੀ ਇੱਛਾ ਨੂੰ ਸਿਖਾਏਗਾ, ਸੰਸਾਰ ਦੀਆਂ ਗੱਲਾਂ ਨਹੀਂ ਸਿਖਾਏਗਾ। ਤਾਂ ਜੇ ਤੁਸੀਂ ਇੱਕ ਗੈਰ ਭਾਸ਼ਾ 'ਚ ਭਰੇ ਹੋਏ ਵਿਅਕਤੀ, ਪਵਿੱਤਰ ਆਤਮਾ ਨਾਲ ਭਰੇ ਹੋਏ ਵਿਅਕਤੀ ਅਗਰ ਸੰਸਾਰ ਦੀਆਂ ਆਸ਼ੀਸ਼ਾਂ ਦੇ ਪਿੱਛੇ ਚੱਲ ਰਹੇ ਹੋ ਅੱਜ ਵੀ, ਔਰ ਇਹ ਗਵਾਹੀ ਦਿੰਦੇ ਹੋ ਕਿ ਪਰਮੇਸ਼ਰ ਸਾਨੂੰ ਬਲੈਸ ਕੀਤਾ, ਤਾਂ ਤੁਹਾਨੂੰ ਕਿਤੇ ਨਾ ਕਿਤੇ ਸੋਚਣ ਦੀ ਲੋੜ ਹੈ ਕਿ ਜਿਹੜਾ ਪਵਿੱਤਰ ਆਤਮਾ ਸਾਨੂੰ ਮਿਲਿਆ ਕਿ ਉਹ ਸਹੀ ਹੈ, ਕਿ ਅਸੀਂ ਐਵੇਂ ਹੀ ਵਹਿਮਾਂ ਭਰਮਾਂ 'ਚ ਹੀ ਘੁੰਮੀ ਜਾਂਦੇ ਕਿ ਅਸੀਂ ਪਵਿੱਤਰ ਆਤਮਾ ਨਾਲ ਭਰੇ ਹੋਏ ਹਾਂ। ਕੀ ਮੈਂ ਠੀਕ ਕਹਿ ਰਿਹਾ? ਤੋ ਇਸ ਵਚਨ ਦਾ ਇਹੀ ਅਰਥ ਨਿਕਲਦਾ ਕਿ ਜਦੋਂ ਉਹ ਕਹਿਣਗੇ ਕਿ ਹੇ ਪ੍ਰਭੂ ਅਸੀਂ ਤੇਰੇ ਨਾਮ 'ਚ ਕੰਮ ਕੀਤੇ, ਵੱਡੇ ਵੱਡੇ ਕੰਮ ਕੀਤੇ। ਕਿਉਂਕਿ ਜਦੋਂ ਉਹਨਾਂ ਨੇ ਜੋ ਦਿੱਲੀ ਤੋਂ ਜੋ ਪ੍ਰੋਫਿਟ ਜੀ ਆਏ ਸੀਗੇ, ਅਤੇ ਜਦੋਂ ਉਹਨਾਂ ਨੇ ਹੀਲਿੰਗ ਕੀਤੀ ਮੰਗਲਵਾਰ ਨੂੰ, ਉਸ ਤੋਂ ਬਾਅਦ ਜਦੋਂ ਅਗਲਾ ਸੰਡੇ ਆਇਆ, ਸੰਡੇ ਦਿਨ ਬੜੇ ਲੋਕ ਖੜ੍ਹੇ ਹੋ ਗਏ ਪੁਲਪਿਟ 'ਤੇ ਕਿ ਪਿਛਲੇ ਹਫ਼ਤੇ ਪ੍ਰੋਫਿਟ ਜੀ ਨੇ ਪ੍ਰੋਫੈਸੀਆਂ ਕੀਤੀਆਂ ਸੀਗੀਆਂ, ਸਾਡੇ ਜੀਵਨਾਂ 'ਚ ਪੂਰੀਆਂ ਹੋ ਗਈਆਂ। ਮੈਂ ਖੁਦ ਹੈਰਾਨ ਸੀ, ਵਾਕਈ ਵੀ ਇੱਕ ਹਫ਼ਤੇ ਵਿੱਚ ਰਿਜ਼ਲਟ ਮਿਲ ਗਿਆ ਉਹਨਾਂ ਨੂੰ। ਪਰ ਮੈਂ ਵਚਨ ਜਾਣਦਾ ਸੀ, ਕਿਉਂਕਿ ਵਚਨ 'ਚ ਲਿਖਿਆ ਹੋਇਆ ਕਿ ਜਿਹੜਾ ਸ਼ੈਤਾਨ ਹੈ ਨਾ, ਜਿਹੜਾ ਸਾਡਾ ਵੈਰੀ ਹੈ, ਜੋ ਸ਼ਕਤੀਆਂ ਦਾ ਮਾਲਕ ਹੈ, ਉਹ ਵੀ ਚਿੰਨ੍ਹ ਚਮਤਕਾਰ ਕਰ ਸਕਦਾ। ਵਚਨ 'ਚ ਲਿਖਿਆ ਹੋਇਆ ਕਿ ਉਹ ਸਵਰਗ ਦੂਤ ਦਾ ਰੂਪ ਧਾਰਨ ਕਰਕੇ ਕੁਝ ਵੀ ਕਰ ਸਕਦਾ, ਉਹਦੇ ਕੋਲ ਪਾਵਰ ਹੈ ਕਰਨ ਦੀ, ਔਰ ਪਰਮੇਸ਼ਰ ਨੇ ਉਹਨੂੰ ਛੂਟ ਦਿੱਤੀ ਹੋਈ ਹੈ ਕਰਨ ਦੇ ਲਈ। ਉਹਨੂੰ ਇਸ ਕਰਕੇ ਛੂਟ ਦਿੱਤੀ ਹੋਈ ਹੈ ਤਾਂ ਜੋ ਕਿ ਮੇਰਾ ਧਰਮੀ ਜਨ ਪਰਖਿਆ ਜਾਵੇ, ਤਾਂ ਜਿਹੜਾ ਪਰਖ ਕੇ ਸੋਨੇ ਵਾਂਗੂ ਖਰਾ ਨਿਕਲਦਾ ਉਹੀ ਸਵਰਗ ਜਾਵੇ। ਤਾਂ ਜਿਹੜਾ ਪਰਖ 'ਚ ਫੇਲ ਹੋ ਕੇ ਸੰਸਾਰ 'ਚ ਫਸ ਗਿਆ ਉਹ ਨਹੀਂ ਜਾ ਸਕਦਾ। ਕਿਉਂਕਿ ਵਚਨ ਬੜਾ ਸਾਫ਼ ਸਾਨੂੰ ਕਹਿੰਦਾ ਕਿ ਬੁਲਾਏ ਹੋਏ ਤਾਂ ਬਹੁਤ ਹੈ, ਬੜੇ ਸੱਦੇ ਹੋ ਆ, ਬੜੇ ਮਸੀਹ 'ਚ ਅਸੀਂ ਸੱਦ ਲਏ ਹੋਏ ਆ ਗਵਾਹੀਆਂ ਦੇ ਦੇ ਕੇ ਸੰਸਾਰ ਦੀਆਂ, ਪਰ ਚੁਣੇ ਹੋਏ ਘੱਟ ਹੈ। ਕਿਉਂਕਿ ਜੋ ਸਰੀਰ ਦੀ ਦਸ਼ਾ ਦੇ ਵਿੱਚ ਬੁਲਾਏ ਹੋਏ ਆ, ਸਰੀਰ ਦੀ ਕੱਟਣੀ ਕੱਟਣਗੇ, ਤਾਂ ਜਿਹੜੀ ਆਤਮਾ ਦੀ ਦਸ਼ਾ ਵਿੱਚ ਸੱਦੇ ਹੋਏ ਨੇ ਉਹ ਆਤਮਾ ਦੀ ਕੱਟਣੀ ਕੱਟਣਗੇ, ਤੇ ਚੁਣੇ ਹੋਏ ਥੋੜ੍ਹੇ ਆ। ਇਸ ਤਰ੍ਹਾਂ ਪਰਮੇਸ਼ਰ ਦਾ ਜਿਹੜਾ ਵਚਨ ਹੈ ਉਹ ਸਾਡੇ ਜੀਵਨ ਦੇ ਵਿੱਚ ਇੱਕ ਹੱਡ ਬੀਤੀ ਬਣ ਕੇ, ਇੱਕ ਪ੍ਰੈਕਟੀਕਲ ਬਣ ਕੇ ਉੱਭਰਿਆ ਸਾਡੇ ਸਾਹਮਣੇ, ਅਤੇ ਅਸੀਂ ਉਸ ਗੱਲ ਉੱਤੇ ਪੂਰਨ ਵਿਸ਼ਵਾਸ ਕੀਤਾ। ਪਰਮੇਸ਼ਰ ਤੇਰਾ ਵਚਨ ਜਿਹੜਾ ਹੈ ਨਾ, ਵਾਕਈ ਜਿਹੜੀ ਨਾ ਇਹ ਵੀ ਦੋ ਧਾਰੀ ਤਲਵਾਰ ਦੀ ਤਰ੍ਹਾਂ ਹੈਗਾ, ਜਿਹੜਾ ਹਿਰਦੇ ਗੁਰਦੇ ਐ ਛਿੱਲ ਕੇ ਰੱਖ ਦਿੰਦਾ, ਸਾਡੀ ਅੱਖਾਂ ਨੂੰ ਖੋਲ੍ਹ ਦਿੰਦਾ, ਸਾਡੀ ਸ਼ਕਲ ਨੂੰ, ਸਾਡੇ ਪਰਛਾਵੇਂ ਨੂੰ ਵਿਖਾਉਂਦਾ ਕਿ ਅਸੀਂ ਕੀ ਹਾਂ। ਅਤੇ ਉਹੀ ਲੋਕ ਨੇ ਜਿਹੜੇ ਮਸੀਹੀ ਹੈ, ਜਿਹੜੇ ਬਲੀਵਰ ਹੈ, ਜੋ ਜਾਸੂਸ ਦੀ ਤਰ੍ਹਾਂ ਆਉਂਦੇ ਤੁਹਾਡੀ ਜੜ੍ਹਾਂ ਨੂੰ ਖਾਲੀ ਕਰ ਦਿੰਦੇ, ਖੋਖਲਾ ਕਰ ਦਿੰਦੇ ਆ, ਤੁਹਾਨੂੰ ਸਵਰਗ ਜਾਣ ਜੋਗਾ ਨਹੀਂ ਛੱਡਦੇ, ਤੁਹਾਨੂੰ ਸੰਸਾਰ 'ਚ ਫਸਾ ਕੇ ਰੱਖਦੇ ਆ। ਪ੍ਰਭੂ ਉਹਨਾਂ ਦੇ ਵਿਸ਼ੇ ਉੱਤੇ ਕਹਿ ਰਿਹਾ ਕਿ ਦੂਰ ਹੋ ਜਾਓ, ਮੈਂ ਤੁਹਾਨੂੰ ਨਹੀਂ ਜਾਣਦਾ। ਤੋ ਬਾਈਬਲ ਦੇ ਵਚਨ ਦੇ ਅਨੁਸਾਰ ਪਰਮੇਸ਼ਰ ਨੇ ਵਚਨ 'ਚ ਲਿਖਿਆ ਹੋਇਆ ਕਿ ਬਹੁਤ ਸਾਰੇ ਝੂਠੇ ਭਵਿੱਖਕਰਤਾ ਆਉਣਗੇ, ਨਬੀ ਆਉਣਗੇ, ਵੱਡੇ ਵੱਡੇ ਕੰਮ ਕਰਨਗੇ, ਉਪਦੇਸ਼ ਕਰਨਗੇ, ਸਭ ਕੁਛ ਨਾ ਇਹ ਇੱਕ ਚਿੰਨ੍ਹ ਹੈ,
ਇਹ ਇੱਕ ਨਿਸ਼ਾਨੀ ਹੈ। ਕਿਹਨਾਂ ਦੇ ਲਈ ਹੈ? ਵਿਸ਼ਵਾਸੀਆਂ ਦੇ ਲਈ। ਜਿਹੜੇ ਬੜੇ ਥੋੜੇ ਜਿਹੇ ਚੰਦ ਵਿਸ਼ਵਾਸੀ ਹੈ, ਜਿਹੜੇ ਰੂਹ ਔਰ ਸੱਚਾਈ ਨਾਲ ਪਰਮੇਸ਼ਰ ਦੀ ਆਰਾਧਨਾ ਕਰਦੇ ਆ, ਸੰਸਾਰ ਦੀਆਂ ਗੱਲਾਂ ਦੇ ਲਈ ਨਹੀਂ ਕਰਦੇ, ਸਵਰਗ ਜਾਣ ਦੇ ਲਈ ਪਰਮੇਸ਼ਰ ਨਾਲ ਜੁੜੇ ਹੋਏ ਆ, ਆਪਣੇ ਪਾਪਾਂ ਦੀ ਮਾਫੀ ਮੰਗ ਕੇ ਚੱਲੇ ਹੋਏ ਆ। ਇਹ ਉਹਨਾਂ ਚੰਦ ਵਿਸ਼ਵਾਸੀ ਲੋਕਾਂ ਦੇ ਲਈ ਇਹ ਨਿਸ਼ਾਨੀ ਆ ਕਿ ਜਦੋਂ ਤੁਸੀਂ ਆਪਣੇ ਆਲੇ ਦੁਆਲੇ ਇੰਦਾਂ ਦੇ ਝੂਠੇ ਨਵੀਆਂ ਦੀ, ਝੂਠੇ ਪ੍ਰਚਾਰਕਾਂ ਦੀ ਕਿ ਵੱਡੀ ਭੀੜ ਵੇਖੋਗੇ ਨਾ, ਤੇ ਸਮਝ ਲਿਓ ਕਿ ਦਿਨ ਲੱਗ ਗਏ ਆ। ਸਮਝ ਲਿਓ ਕਿ ਪ੍ਰਭੂ ਦਾ ਆਉਣਾ ਜਲਦ ਹੈ, ਨਿਕਟ ਹੈ, ਦੁਨੀਆ ਦਾ ਅੰਤ ਲੱਗ ਗਏ ਆ। ਸਾਨੂੰ ਇਸ ਗੱਲ ਦੀ ਚਿੰਤਾ ਨਹੀਂ ਕਰਨੀ ਚਾਹੀਦੀ ਜੋ ਮੇਰੀ ਆਪਣੀ ਸੋਚ ਹੈ ਕਿ ਉੱਥੇ ਗਲਤ ਹੋ ਰਿਹਾ, ਉੱਥੇ ਗਲਤ ਹੋ ਰਿਹਾ, ਉੱਥੇ ਗਲਤ ਹੋ ਰਿਹਾ, ਵੀ ਬੜੀ ਦੁਨੀਆ ਹੈਗੀ ਹੈ, ਇਹ ਨਰਕ 'ਚ ਚਲੀ ਜਾਣੀ ਹੈ, ਗਲਤ ਕੰਮ ਕਰ ਰਹੇ। ਨਹੀਂ 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 ਨਹੀਂ, ਉਹ ਸਾਡੀ ਵਿਸ਼ਵਾਸੀਆਂ ਲਈ ਇੱਕ ਚਿੰਨ੍ਹ ਹੈ, ਕਿਉਂਕਿ ਜੋ ਪ੍ਰਭੂ ਨੇ ਕਿਹਾ ਉਹ ਹੋ ਕੇ ਰਹਿਣਾ। ਪਤਰਸ ਨੂੰ ਕਿਹਾ ਸੀਗਾ ਨਾ ਕਿ ਤੂੰ ਮੇਰਾ 3 ਵਾਰੀ ਇਨਕਾਰ ਕਰੇਗਾ, ਤੇ ਪਤਰਸ ਨੂੰ ਪਤਾ ਵੀ ਨਹੀਂ ਲੱਗਾ। ਜੋ ਦੂਜੀ ਬਾਂਗ ਦਿੱਤੀ ਨਾ ਕੁੱਕੜ ਨੇ, ਤਦ ਇਹਨੂੰ ਪਤਾ ਲੱਗਾ ਕਿ ਆ ਤਾਂ ਪ੍ਰਭੂ ਨੇ ਕਿਹਾ ਸੀ ਤਾਂ ਹੋ ਗਿਆ। ਉਹੀ ਚਿੰਨ੍ਹ ਸਾਡੇ ਵਿਸ਼ਵਾਸੀਆਂ ਦੇ ਲਈ ਹੈ ਕਿ ਅੱਜ ਅਸੀਂ ਆਪਣੇ ਆਲੇ ਦੁਆਲੇ ਇੱਕ ਵੱਡੀ ਭੀੜ ਨੂੰ ਵੇਖਦੇ ਹਾਂ, ਇੱਕ ਵੱਡੇ ਹਜੂਮ ਨੂੰ ਵੇਖਦੇ ਹਾਂ, ਔਰ ਉਹਨਾਂ ਹਜ਼ਾਰਾਂ ਸੇਵਕਾਂ ਨੂੰ ਵੇਖਦੇ ਹਾਂ ਕਿ ਜੋ ਇਸ ਵਚਨ 'ਚ ਫਿੱਟ ਹੁੰਦੇ ਆ। ਜਦੋਂ ਪ੍ਰਭੂ ਉਹਨਾਂ ਨੂੰ ਕਹੇਗਾ ਕਿ ਮੈਂ ਤੁਹਾਨੂੰ ਨਹੀਂ ਜਾਣਦਾ, ਕਿਉਂਕਿ ਤੁਸੀਂ ਮੇਰਾ ਨਾਮ ਦਾ ਇਸਤੇਮਾਲ ਤਾਂ ਕੀਤਾ, ਪਰ ਤੁਸੀਂ ਇਹਨਾਂ ਲੋਕਾਂ ਨੂੰ, ਇੱਕ ਵੱਡੀ ਭੀੜ ਨੂੰ ਉਹ ਸੰਸਾਰ ਦੇ ਕੰਮਾਂ 'ਚ ਫਸਾ ਕੇ ਰੱਖਿਆ ਆਖਰ ਤੱਕ। ਇਸ ਲਈ ਪ੍ਰਭੂ ਨੇ ਕਿਹਾ ਕਿ ਬੁਲਾਏ ਤਾਂ ਬਹੁਤ ਹੈ, ਚੁਣੇ ਹੋਏ ਥੋੜ੍ਹੇ ਆ। ਤਾਂ ਜਿਹੜੇ ਪਰਮੇਸ਼ਵਰ ਦੀ ਇੱਛਾ ਦੇ ਨਾਲ, ਪਰਮੇਸ਼ਵਰ ਦੀ ਮਰਜ਼ੀ ਦੇ ਨਾਲ ਜਿਹੜੇ ਚੁਣੇ ਹੋਏ ਆ, ਉਹ ਸੰਸਾਰ ਦੀਆਂ ਗੱਲਾਂ ਨਹੀਂ ਕਰਦੇ, ਉਹ ਸੰਸਾਰ ਦੇ ਵੱਲ ਨਹੀਂ ਜਾਂਦੇ, ਕਿਉਂਕਿ ਉਹ ਵਿਸ਼ਵਾਸ ਕਰਦੇ ਨੇ ਕਿ ਪ੍ਰਭੂ ਨੇ ਉਹਨਾਂ ਨਾਲ ਵਾਅਦਾ ਕੀਤਾ ਹੋਇਆ ਕਿ ਤੂੰ ਮੇਰੇ ਪਵਿੱਤਰ ਰਾਜ ਦੀ ਖੋਜ ਕਰ, ਬਾਕੀ ਚੀਜ਼ਾਂ ਤੇਰੇ ਪਿੱਛੇ ਹੋਣਗੀਆਂ। ਬਾਕੀ ਚੀਜ਼ਾਂ ਕੀ ਹੈ? ਸੰਸਾਰ ਦੀ ਸੁੱਖ ਸੁਵਿਧਾ ਨਹੀਂ ਹੈਗੀਆਂ, ਤੁਹਾਡੀਆਂ ਲੋੜਾਂ, ਤੁਹਾਡੀ ਲੋੜਾਂ ਉਹ ਆਪ ਪੂਰੀਆਂ ਕਰੇਗਾ। ਜਿੰਨੀ ਤੁਹਾਡੀ ਲੋੜ ਆ ਉਨੀ ਲੋੜ ਪੂਰੀ ਕਰੇਗਾ, ਕਿਉਂਕਿ ਇਸ ਜੀਵਨ ਦੇ, ਇਸ ਜਿਹੜਾ ਸਾਡਾ ਜੀਵਨ ਹੈ, ਸਾਡੀ ਜ਼ਿੰਦਗੀ ਹੈ, ਜਿੰਨਾ ਵੀ ਹੈ ਇਸ ਧਰਤੀ ਦੇ ਉੱਤੇ, ਉਹ ਸਾਡਾ ਇੱਕ ਅਸੀਂ ਸਫ਼ਰ ਹੈ, ਕਿ ਸਾਡਾ ਸਫ਼ਰ ਕੱਟ ਰਹੇ ਹਾਂ ਆਪਾਂ। ਕੋਈ 40 ਸਾਲ, 50 ਸਾਲ, 60 ਸਾਲ, 70 ਸਾਲ, ਜਿਹਦੀ ਵੀ ਉਮਰ ਹੈਗੀ ਹੈ, ਉਸ ਸਫ਼ਰ ਦੇ ਵਿੱਚ ਜੋ ਵੀ ਚੀਜ਼ਾਂ ਦੀ ਸਾਨੂੰ ਲੋੜ ਪੈਣੀ ਹੈ, ਪਰਮੇਸ਼ਰ ਨੇ ਸਾਨੂੰ ਉਹ ਦੇਣੀ ਹੈ। ਉਹਦੀ ਚਿੰਤਾ ਨਾ ਕਰੀਏ, ਉਹ ਪਰਮੇਸ਼ਰ ਦਾ ਵਾਅਦਾ ਹੈ। ਤੋ ਅੱਜ ਬਸ ਇੰਨੀ ਹੀ ਮੈਂ ਗੱਲਬਾਤ ਕਰਦਾ ਹੋਇਆ, ਅਤੇ ਬਾਕੀ ਗੱਲ ਮੈਂ ਅਗਲੀ ਵੀਡੀਓ 'ਚ ਚਾਲੂ ਰੱਖੂੰਗਾ ਮੈਂ। ਅਤੇ